ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਦੋਸਤੋ, ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ, ਜਿਹੜੇ ਕਿ ਤੁਹਾਡੇ ਮਾਈਂਡ ਵਿੱਚ ਕੁਐਸਚਨਸ ਨੇ ਕੈਨੇਡਾ ਦੇ ਸਟੱਡੀ ਵੀਜ਼ਾ ਦੇ ਰਿਗਾਰਡਿੰਗ। ਇਹ ਵੀਡੀਓ ਉਹਨਾਂ ਲਈ ਵੀ ਹੈ ਜਿਨ੍ਹਾਂ ਨੇ ਆਪਣਾ ਸਟੱਡੀ ਵੀਜ਼ਾ ਹਜੇ ਅਪਲਾਈ ਕਰਨਾ ਹੈ, ਤੇ ਉਹਨਾਂ ਲਈ ਵੀ ਹੈ ਜਿਨ੍ਹਾਂ ਨੇ ਅਪਲਾਈ ਕਰਤਾ ਹੈ ਲੇਕਿਨ ਉਹਨਾਂ ਦੇ ਦਿਮਾਗ ਵਿੱਚ ਬਹੁਤ ਸਾਰੇ ਕੁਐਸਚਨਸ ਨੇ ਟਰੈਵਲਿੰਗ ਦੇ ਬਾਰੇ, ਬਾਇਓਮੈਟ੍ਰਿਕਸ ਦੇ ਬਾਰੇ ਤੇ ਬਾਕੀ ਵੀ। ਸੋ ਮੇਰੀ ਗੁਜ਼ਾਰਿਸ਼ ਹੈ ਤੁਹਾਨੂੰ ਸਾਰਿਆਂ ਨੂੰ ਕਿ ਇਹ ਵੀਡੀਓ ਨੂੰ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਵੇਖਿਓ, ਤਾਂ ਕਿ ਤੁਹਾਨੂੰ ਸਾਰੇ ਕੁਐਸਚਨ ਦੇ ਜਵਾਬ ਕਲੀਅਰਲੀ ਮਿਲ ਜਾਣ। ਸੋ ਦੋਸਤੋ, ਸਭ ਤੋਂ ਪਹਿਲਾ ਕੁਐਸਚਨ ਜੋ ਸਟੂਡੈਂਟ ਦੇ ਮਾਈਂਡ ਵਿੱਚ ਹੈ ਕਿ ਡੂਓਲਿੰਗੋ ਐਕਸੈਪਟੇਬਲ ਹੈ ਕਿ ਨਹੀਂ ਹੈ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਅਕੋਰਡਿੰਗ ਟੂ ਦਾ ਰੀਸੈਂਟ IRCC ਗਾਈਡਲਾਈਨਸ, ਉਹਨਾਂ ਨੇ ਕਲੀਅਰਲੀ ਡਿਕਲੇਅਰ ਕਰਤਾ ਹੈ, ਕਲੀਅਰਲੀ ਦੱਸਤਾ ਹੈ ਕਿ ਡੂਓਲਿੰਗੋ ਉਹ ਐਕਸੈਪਟ ਨਹੀਂ ਕਰਨਗੇ। ਨੋ ਡਾਊਟ ਡੂਓਲਿੰਗੋ ਦੇ ਬੇਸਿਸ ਤੇ ਇਨ ਕੇਸ ਅਗਰ ਤੁਸੀਂ ਪਹਿਲੇ ਡੂਓਲਿੰਗੋ ਦਾ ਐਗਜ਼ਾਮ ਦੇ ਚੁੱਕੇ ਹੋ ਤੇ ਡੂਓਲਿੰਗੋ ਦੇ ਬੇਸਿਸ ਤੇ ਤੁਸੀਂ ਆਪਣਾ ਐਗਜ਼ਾਮ ਤੁਸੀਂ ਆਪਣੇ ਲਈ ਅਪਲਾਈ ਕਰ ਸਕਦੇ ਹੋ ਕਾਲਜ, ਯੂਨੀਵਰਸਿਟੀ ਲਈ, ਜਿੱਥੇ ਵੀ ਡੂਓਲਿੰਗੋ ਯੂਨੀਵਰਸਿਟੀ ਜਾਂ ਕਾਲਜ ਲੈ ਰਹੇ ਨੇ। ਬਟ ਐਮਬੈਸੀ ਇਹਨੂੰ ਐਕਸੈਪਟ ਨਹੀਂ ਕਰੇਗੀ। ਤੇ ਬਾਕੀ ਕੁਝ ਗਾਈਡਲਾਈਨਸ ਇਸ ਤਰ੍ਹਾਂ ਦੀਆਂ ਵੀ ਸੀ, ਔਰ ਕੁਝ ਮੈਂ ਕਹਿ ਸਕਦੀ ਹਾਂ ਕਿ ਸਟੂਡੈਂਟਸ ਨੇ ਵੀਡੀਓਜ਼ ਦੇਖੀਆਂ ਸੀ ਜਿਨ੍ਹਾਂ ਵਿੱਚ ਉਹਨਾਂ ਨੇ ਇਹ ਵੀ ਸੁਣਿਆ ਸੀ ਕਿ ਪੀਟੀ ਤੇ ਟੋਫਲ ਵੀ ਐਕਸੈਪਟੇਬਲ ਨਹੀਂ ਹੈ। ਬਟ ਗਾਇਜ਼, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਆਇਲਸ, ਪੀਟੀ, ਟੋਫਲ ਤਿੰਨੋਂ ਟੈਸਟ ਐਮਬੈਸੀ ਐਕਸੈਪਟ ਕਰ ਰਹੀ ਹੈ, ਤੇ ਜੇ ਤੁਹਾਡੇ ਕੋਲ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਟੈਸਟ ਹੈ ਤੁਸੀਂ ਆਪਣੀ ਫਾਈਲ ਅਪਲਾਈ ਕਰ ਸਕਦੇ ਹੋ। ਨੈਕਸਟ ਕੁਐਸਚਨ ਸੀ ਕਿ ਅਗਰ ਮੇਰੇ ਸਕੂਲ ਜਾਂ ਕਾਲਜ ਦੀ ਮਾਰਕਸ਼ੀਟ ਪੈਂਡਿੰਗ ਹੈ। ਅਸੀਂ ਗੱਲ ਕਰੀਏ 2020 ਦੇ ਕੈਂਡੀਡੇਟਸ ਦੀ ਜਿਨ੍ਹਾਂ ਨੇ +2 ਰੀਸੈਂਟਲੀ ਪਾਸ ਕੀਤੀ ਹੈ ਜਾਂ ਗ੍ਰੈਜੂਏਸ਼ਨ ਰੀਸੈਂਟਲੀ ਪਾਸ ਕੀਤੀ ਹੈ। ਮਾਰਕਸ਼ੀਟਸ ਇਸ਼ੂ ਨਹੀਂ ਹੋਈਆਂ ਤੇ ਇਸ ਬੇਸਿਸ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ ਹੋ। ਸੀ ਗਾਇਜ਼, ਅਗਰ ਤੇ ਤੁਹਾਡੀ ਮਾਰਕਸ਼ੀਟ ਕੋਈ ਵੀ ਪੈਂਡਿੰਗ ਹੈ, ਤੁਸੀਂ ਆਪਣੀ ਮਾਰਕਸ਼ੀਟ ਐਮਬੈਸੀ ਵਿੱਚ ਸਬਮਿਟ ਨਹੀਂ ਕਰਵਾਈ ਹੈ, ਨੋ ਡਾਊਟ ਇਹਦੇ ਬੇਸਿਸ ਤੇ ਕੁਝ ਕਾਲਜਸ ਤੇ ਯੂਨੀਵਰਸਿਟੀਜ਼ ਹੈ ਕਿ ਜਿਨ੍ਹਾਂ ਕੋਲ ਤੁਹਾਡੇ ਮਾਰਕਸ਼ੀਟਸ ਅਗਰ ਤੁਹਾਡੇ ਕੋਲ ਤੁਹਾਡੇ ਮਾਰਕਸ਼ੀਟਸ ਨਹੀਂ ਹੈ, ਕੰਪਲੀਟ ਡਾਕੂਮੈਂਟੇਸ਼ਨ ਤੁਹਾਡੀ ਨਹੀਂ ਹੈ, ਤੇ ਉਹ ਤੁਹਾਨੂੰ ਕੰਡੀਸ਼ਨਲ ਆਫਰ ਇਸ਼ੂ ਕਰ ਰਹੇ ਨੇ। ਬਟ ਐਮਬੈਸੀ ਇਸ ਬੇਸਿਸ ਤੇ ਤੁਹਾਨੂੰ ਵੀਜ਼ਾ ਅਪਰੂਵ ਨਹੀਂ ਕਰੇਗੀ। ਰੀਜ਼ਨ ਬੀਇੰਗ ਕਿ ਪਹਿਲੇ ਤੁਹਾਨੂੰ ਪਤਾ ਹੈ ਕਿ ਸਟੇਜ 1 ਹੋਏਗੀ ਤੁਹਾਡੀ ਅਪਰੂਵਲ ਇਨ ਪ੍ਰਿੰਸੀਪਲ, ਦੈਟ ਇਜ਼ AIP। ਤੇ ਅਪਰੂਵਲ ਇਨ ਪ੍ਰਿੰਸੀਪਲ ਤੁਹਾਡੀ ਤਾਂ ਹੀ ਹੋਏਗੀ ਅਗਰ ਤੁਹਾਡੀ ਡਾਕੂਮੈਂਟੇਸ਼ਨ ਕੰਪਲੀਟ ਹੈ। ਸੋ ਅਗਰ ਤੁਹਾਡੇ ਕੋਲ ਮਾਰਕਸ਼ੀਟਸ ਨਹੀਂ ਨੇ ਤੇ ਮੇਰੀ ਰਿਕੁਐਸਟ ਹੈ ਕਿ ਉਹਨਾਂ ਲਈ ਵੇਟ ਕਰ ਲਓ। ਹਾਰਡਲੀ 15 ਤੋਂ 20 ਡੇਜ਼ ਲੱਗਣਗੇ, ਉਸ ਤੋਂ ਬਾਅਦ ਤੁਸੀਂ ਆਪਣਾ ਐਮਬੈਸੀ ਦੀ ਫਾਈਲ, ਐਮਬੈਸੀ 'ਚ ਜਿਹੜੀ ਫਾਈਲ ਲਗਾਉਣੀ ਹੈ ਉਹ ਬਾਅਦ 'ਚ ਲਗਾ ਸਕਦੇ ਹੋ। ਬਟ ਅਗਰ ਤੁਸੀਂ ਕਾਲਜ ਜਾਂ ਯੂਨੀਵਰਸਿਟੀ ਲਈ ਹਜੇ ਅਪਲਾਈ ਕਰਨਾ ਹੈ ਤੇ ਉਹਦੇ ਲਈ ਕੋਈ ਪ੍ਰੋਬਲਮ ਨਹੀਂ ਹੈ। ਉਹਦੇ ਲਈ ਅਗਰ ਉਹ ਕਾਲਜ ਕੰਡੀਸ਼ਨਲ ਆਫਰ ਤੁਹਾਨੂੰ ਇਸ਼ੂ ਕਰ ਰਿਹਾ ਹੈ ਦੈਨ ਗੋ ਫॉर ਇਟ। ਨੈਕਸਟ ਕੁਐਸਚਨ ਸਟੂਡੈਂਟਸ ਨੇ ਪੁੱਛਿਆ ਸੀ ਕਿ ਮੈਂ ਆਪਣੀ ਅਗਰ ਕਿਉਂਕਿ ਹਜੇ ਟਰੈਵਲ ਰਿਸਟ੍ਰਿਕਸ਼ਨਸ ਹੈ ਤੇ ਜਿੰਨੀਆਂ ਤੱਕ ਬਾਰਡਰਸ ਓਪਨ ਨਹੀਂ ਹੁੰਦੇ ਤੇ ਮੈਨੂੰ ਅਗਰ ਮੈਂ ਆਨਲਾਈਨ ਸਟੱਡੀ ਹੀ ਕਰ ਰਿਹਾ ਤੇ ਮੈਨੂੰ ਆਪਣੀ GIC ਪੇ ਕਰਨ ਦੀ ਲੋੜ ਹੈਗੀ ਹੈ ਕਿ ਨਹੀਂ। ਦੇਖੋ ਦੋਸਤੋ, ਅਗਰ ਤੁਸੀਂ ਐਮਬੈਸੀ ਦੇ ਵਿੱਚ ਵੀਜ਼ਾ ਲਗਾਉਣਾ ਹੈ, SDS ਦੇ ਵਿੱਚ ਆਪਣੀ ਫਾਈਲ ਅਪਲਾਈ ਕਰਨੀ ਹੈ ਤੇ GIC ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਮੇਰੀ ਪਰਸਨਲ ਰਿਕੁਐਸਟ ਹੈ ਜਾਂ ਮੇਰੇ ਪਰਸਨਲ ਐਡਵਾਈਸ ਹੈ ਤੁਹਾਨੂੰ ਸਾਰਿਆਂ ਨੂੰ ਕਿ ਅਗਰ ਤੁਸੀਂ ਆਪਣੀ ਫਾਈਲ ਲਗਾ ਰਹੇ ਹੋ ਤੇ GIC ਜ਼ਰੂਰ ਕਰੋ। SDS ਦੇ ਵਿੱਚ ਫਾਈਲ ਲੱਗੇਗੀ, ਚਾਂਸਸ ਜਿਹੜੇ ਆ ਵੀਜ਼ਾ ਦੇ ਉਹ ਵੱਧ ਜਾਣਗੇ। ਤੁਸੀਂ ਬਾਅਦ 'ਚ ਟਰੈਵਲਿੰਗ ਕਰਦੇ ਹੋ, 2 ਸਮੈਸਟਰ ਤੁਸੀਂ ਆਨਲਾਈਨ ਲਗਾ ਲਏ ਹੈ, ਜਦੋਂ ਵੀ ਤੁਸੀਂ ਟਰੈਵਲਿੰਗ ਕਰ ਰਹੇ ਹੋ ਉਸ ਤੋਂ ਬਾਅਦ ਤੁਹਾਡੀ GIC ਤੁਹਾਨੂੰ ਵਾਪਸ ਮਿਲ ਜਾਏਗੀ। ਸੋ ਡੋਂਟ ਵਰੀ ਅਬਾਊਟ ਇਟ। The next question is, am I eligible for AIP approval in principle without medical, PCC and biometrics? ਦੇਖੋ, ਤੁਹਾਡੀ ਫਰਸਟ ਸਟੇਜ ਵਾਸਤੇ PCC ਤੇ ਬਾਇਓਮੈਟ੍ਰਿਕਸ ਤੇ ਜਿਵੇਂ ਹਜੇ ਹੋ ਨਹੀਂ ਰਹੇ ਹੈ, PCC ਰਿਕੁਆਇਰਮੈਂਟ ਹੋਏਗੀ ਤੇ ਉਹ ਡਿਮਾਂਡ ਕਰ ਲੈਣਗੇ, ਅਦਰਵਾਈਜ਼ ਤੇ ਕੰਪਲਸਰੀ ਨਹੀਂ ਹੈ। ਮੈਡੀਕਲ ਹਜੇ ਇੰਡੀਆ ਵਿੱਚ ਹੋ ਰਿਹਾ ਹੈ। ਸੋ ਆਈ ਵੁੱਡ ਰეკਮੈਂਡ ਕਿ ਜਦੋਂ ਤੁਸੀਂ ਆਪਣੀ ਐਮਬੈਸੀ 'ਚ ਫਾਈਲ ਲਾਂਚ ਕਰਨੀ ਹੈ ਫॉर द ਫਰਸਟ ਸਟੇਜ ਫॉर AIP ਅਪਰੂਵਲ ਇਨ ਪ੍ਰਿੰਸੀਪਲ, ਤੇ ਬੈਟਰ ਹੈ ਕਿ ਤੁਸੀਂ ਆਪਣਾ ਮੈਡੀਕਲ ਪਹਿਲੇ ਕਰਵਾ ਲਓ। ਉਸ ਤੋਂ ਬਾਅਦ ਆਪਣੇ ਜਿਹੜੇ ਵੀ ਡਾਕੂਮੈਂਟਸ ਹੈ ਉਹਨਾਂ ਦੇ ਨਾਲ ਆਪਣੀ ਮੈਡੀਕਲ ਰਿਪੋਰਟ ਨੂੰ ਜ਼ਰੂਰ ਲਗਾਓ। ਉਹ ਚੀਜ਼ ਸਾਡੇ ਲਈ ਜ਼ਿਆਦਾ ਬੈਨੀਫੀਸ਼ੀਅਲ ਹੈ। ਇਹ ਬੇਸਿਸ ਤੇ ਤੁਹਾਡੀ ਕੋਈ ਰਿਜੈਕਸ਼ਨ ਨਹੀਂ ਹੈ। ਇਨ ਕੇਸ ਅਗਰ ਤੁਸੀਂ ਬਾਇਓਮੈਟ੍ਰਿਕਸ ਨਹੀਂ ਕਰਵਾਏ ਹੈ ਤੁਹਾਡੀ ਫਾਈਲ ਰਿਫਿਊਜ਼ ਨਹੀਂ ਹੋਏਗੀ। ਡੂ ਨਾਟ ਵਰੀ ਅਬਾਊਟ ਇਟ। ਬਟ ਸਟਿਲ ਰეკਮੈਂਡੇਸ਼ਨ ਹੈ ਕਿ ਮੈਡੀਕਲ ਜਿਹੜੇ ਹੈ, ਮੈਡੀਕਲ ਸਰਟੀਫਿਕੇਟ ਐਟਲੀਸਟ ਉਹ ਤੁਸੀਂ ਨਾਲ ਅਟੈਚ ਕਰੋ, ਤੁਹਾਡੇ ਲਈ ਠੀਕ ਰਹੇਗਾ।
नेक्स्ट क्वेश्चन बहुत सारे कैंडिडेट्स का है कि शुड आई स्टार्ट विद ऑनलाइन क्लासेस और नॉट। देखो गाइस, ਇਹ ਪਰਸਨਲੀ ਤੁਹਾਡੀ ਓਪੀਨੀਅਨ ਤੁਹਾਡੀ ਪ੍ਰੈਫਰੈਂਸ ਤੇ ਡਿਪੈਂਡ ਕਰਦਾ ਹੈ ਐਂਡ ਅਲੋਂਗ ਵਿਦ ਥੈਟ ਤੁਹਾਡੇ ਕਾਲਜ ਤੇ ਡਿਪੈਂਡ ਕਰਦਾ ਹੈ ਜੋ ਤੁਸੀਂ ਚੂਜ਼ ਕਰ ਰਹੇ ਹੋ, ਕਿਉਂਕਿ ਕੁਝ ਕਾਲजेस यूनिवर्सिटीज़ हैं जो ऑनलाइन क्लासेस प्रोवाइड कर रहे हैं। ਸੋ ਤੁਹਾਡੀ ਪ੍ਰੈਫਰੈਂਸ ਹੈ ਕਿ ਅਗਰ ਤੁਸੀਂ ਆਨਲਾਈਨ ਕਲਾਸਿਸ ਲੈਣਾ ਚਾਹੁੰਦੇ ਹੋ ਤੁਸੀਂ ਲੈ ਸਕਦੇ ਹੋ। ਮੇਰੀ ਚੋਇਸ ਇਹੀ ਹੈ ਕਿ ਮੈਂ ਤੁਹਾਨੂੰ ਇਹੀ ਰეკਮੈਂਡ ਕਰਾਂਗੀ ਕਿ ਤੁਸੀਂ ਆਨਲਾਈਨ ਕਲਾਸਿਸ ਲਓ, ਤੁਹਾਡੇ ਲਈ ਠੀਕ ਰਹੇਗਾ। ਦੇਖੋ ਤੁਸੀਂ ਹੁਣੇ ਆਪਣੀ ਕੰਟਰੀ 'ਚ ਬੈਠੇ ਹੋ, ਆਪਣੇ ਘਰ ਦੇ ਕੰਫਰਟ 'ਚ ਬੈਠੇ ਹੋ, ਸੋ ਅਗਰ ਇੱਥੇ ਤੁਸੀਂ ਆਪਣੀ ਆਨਲਾਈਨ ਕਲਾਸਿਸ ਲਗਾ ਰਹੇ ਹੋ ਥੋੜਾ ਕਨਵੀਨੀਅੰਟ ਰਹੇਗਾ। ਜਨਵਰੀ ਵਿੱਚ ਫॉर ਐਗਜ਼ਾਮਪਲ ਤੁਸੀਂ ਆਪਣਾ ਨੈਕਸਟ ਇਨਟੇਕ ਉੱਥੇ ਜਾ ਕੇ ਕੰਟੀਨਿਊ ਕਰਦੇ ਹੋ, ਉੱਥੇ ਜਾ ਕੇ ਵੀ ਹਜੇ ਸਟੱਡੀ ਔਨ ਕੈਂਪਸ ਨਹੀਂ ਹੈ ਤੇ ਉੱਥੇ ਜਾ ਕੇ ਵੀ ਤੁਹਾਨੂੰ ਆਨਲਾਈਨ ਸਟੱਡੀ ਹੀ ਕਰਨੀ ਪੈਣੀ ਹੈ। ਸੋ ਬੈਟਰ ਰਹੇਗਾ ਕਿ ਅਗਰ ਤੁਸੀਂ ਇੱਥੋਂ ਹੀ ਸਟਾਰਟ ਕਰੋ, ਫੈਮਿਲੀ ਤੁਹਾਡੇ ਨਾਲ ਹੈ, ਤੁਹਾਡੇ ਐਕਸਪੈਂਸਿਸ ਸੇਵ ਹੋ ਰਹੇ ਨੇ, ਤੁਹਾਡੇ ਅਕੋਮੋਡੇਸ਼ਨ ਵੀ ਐਕਸਪੈਂਸਿਸ ਸੇਵ ਹੋ ਰਹੇ ਨੇ। ਸੋ ਇਟ ਵੁੱਡ ਬੀ ਬੈਟਰ ਇਫ ਯੂ ਗੋ ਫॉर द ऑनलाइन क्लासेस। ਨੈਕਸਟ ਕੁਐਸਚਨ, ਇਨ ਕੇਸ ਅਗਰ ਤੁਹਾਡਾ ਵੀਜ਼ਾ ਰਿਜੈਕਟ ਹੋ ਜਾਂਦਾ ਹੈ, ਕੈਨ ਆਈ ਗੈਟ ਦ ਫੁੱਲ ਰਿਫੰਡ, ਕਿ ਤੁਹਾਨੂੰ ਕੰਪਲੀਟ ਰਿਫੰਡ ਮਿਲੇਗਾ ਕਿ ਨਹੀਂ ਮਿਲੇਗਾ। ਇਹਦੇ ਵਾਸਤੇ ਮੈਂ ਤੁਹਾਨੂੰ ਕਹਾਂਗੀ ਕਿ ਪੂਰੀ ਤਰ੍ਹਾਂ ਚੀਜ਼ ਤੇ ਡਿਪੈਂਡ ਕਰਦਾ ਵੈ ਕਿ ਤੁਸੀਂ ਕਿਹੜੇ ਕਾਲਜ ਤੇ ਕਿਹੜੇ ਯੂਨੀਵਰਸਿਟੀ ਲਈ ਅਪਲਾਈ ਕੀਤਾ ਤੇ ਉਹਨਾਂ ਦੇ ਰਿਫੰਡ ਪਾਲਿਸੀਜ਼ ਕੀ ਨੇ। ਸੋ ਇਹ ਚੀਜ਼ ਬੈਟਰ ਹੈ, ਇਹ ਚੀਜ਼ ਬਹੁਤ ਜ਼ਿਆਦਾ ਰეკਮੈਂਡੇਬਲ ਹੈ ਕਿ ਜਦੋਂ ਤੁਸੀਂ ਅਪਲਾਈ ਕਰ ਰਹੇ ਹੋ ਆਨਲਾਈਨ ਵੀ ਸਰਚ ਕਰੋ ਉਹਨਾਂ ਦੀ ਰਿਫੰਡ ਪਾਲਿਸੀਜ਼ ਕੀ ਨੇ। ਆਪਣੇ ਏਜੰਟਸ ਕੋ ਪੁੱਛੋ ਕਿ ਅਗਰ ਮੇਰਾ ਵੀਜ਼ਾ ਰਿਜੈਕਟ ਹੁੰਦਾ ਵੈ ਤੇ ਇਹ ਮੈਨੂੰ ਕਾਲਜ ਫੁੱਲ ਰਿਫੰਡ ਦੇਏਗਾ ਕਿ ਨਹੀਂ ਦੇਏਗਾ। ਇਨਫੈਕਟ ਸਾਡੇ ਕੋਲ ਕੁਝ ਯੂਨੀਵਰਸਿਟੀਜ਼ ਨੇ ਇਸ ਟਾਈਮ ਤੇ ਕਾਲਜਸ ਵੀ ਨੇ ਜੋ ਕਿ ਫੁੱਲ ਰਿਫੰਡ ਅਪਲਾਈ ਕਰ ਰਹੇ ਨੇ। ਸੋ ਗਾਈਜ਼ ਐਡਵਾਈਸ ਇਹੀ ਹੈ ਕਿ ਇਸ ਟਾਈਮ ਤੁਸੀਂ ਜਿਹੜਾ ਆਪਸ਼ਨ ਚੂਜ਼ ਕਰ ਰਹੇ ਹੋ ਉਹ ਹੀ ਚੂਜ਼ ਕਰੋ ਕਿ ਅਗਰ ਤੁਹਾਡਾ ਵੀਜ਼ਾ ਜਿਹਦੇ ਵਿੱਚ ਤੁਹਾਡੇ ਵੀਜ਼ਾ ਚਾਂਸਸ ਹਾਈ ਹੋਣ ਤੇ ਸੋ ਇਨ ਕੇਸ ਅਗਰ ਤੁਹਾਡਾ ਵੀਜ਼ਾ ਰਿਜੈਕਟ ਹੋ ਵੀ ਜਾਂਦਾ ਹੈ ਤੇ ਤੁਹਾਨੂੰ ਫੁੱਲ ਅਮਾਉਂਟ ਜਿਹੜਾ ਵੈ ਉਹ ਰਿਫੰਡ ਹੋ ਜੇ। ਆਪਾਂ ਵੀ ਆਪਣੇ ਕੈਂਡੀਡੇਟਸ ਦਾ ਅਪਲਾਈ ਕਰ ਰਹੇ ਹਾਂ ਫਿਲਹਾਲ ਉਹੀ ਜਗ੍ਹਾ ਤੇ ਹੋ ਰਿਹਾ ਕਿ ਜਿਹਦੇ ਵਿੱਚ ਉਹਨਾਂ ਨੂੰ ਰਿਫੰਡ ਪਾਲਿਸੀ ਵਿੱਚ ਜ਼ਿਆਦਾ ਤੋਂ ਜ਼ਿਆਦਾ ਰਿਫੰਡ ਕੰਪਲੀਟ ਕੀਤਾ ਜਾ ਸਕੇ ਸੋ ਦੈਟ ਉਹਨਾਂ ਦਾ ਘੱਟ ਤੋਂ ਘੱਟ ਨੁਕਸਾਨ ਹੋਵੇ। ਨੈਕਸਟ, ਹਾਊ ਮਚ ਟਾਈਮ ਵਿਲ ਇਟ ਟੇਕ ਟੂ ਗੈਟ ਦ ਵੀਜ਼ਾ ਡਿਸੀਜਨ, ਵੀਜ਼ਾ ਡਿਸੀਜਨ ਆਉਣ ਦੇ ਵਿੱਚ ਕਿੰਨਾ ਟਾਈਮ ਲੱਗੇਗਾ। ਦੇਖੋ ਤੁਹਾਡਾ ਫਸਟ ਸਟੇਜ ਕਲੀਅਰ ਹੋ ਜਾਂਦੀ ਹੈ ਤੇ ਸੈਕਿੰਡ ਸਟੇਜ ਨੂੰ ਆਈ ਕੈਨ ਸੇ ਅਪਰੋਕਸੀਮੇਟਲੀ 45 ਦਿਨ 45 ਡੇਜ਼ ਲੱਗਣਗੇ। ਅਗੇਨ ਨॉट श्योर बट आई कैन जस्ट गिव यू एन आइडिया क्योंकि एम्बेसीज ਵਿੱਚ ਹਜੇ ਬਹੁਤ ਰਸ਼ ਹੈ ਬਟ ਜੋ ਟਾਈਮ ਉਹਨਾਂ ਨੇ ਰეკਮੈਂਡ ਕੀਤਾ ਹੈ ਉਹਦੇ ਵਿੱਚ ਉਹਨਾਂ ਨੇ 45 ਦਿਨ ਦੀ ਇੱਕ ਪ੍ਰੋਬੇਬਿਲਿਟੀ ਦੱਸੀ ਹੈ ਕਿ 45 ਦਿਨ ਜਿਹੜੇ ਹੈ ਉਹ ਤੁਹਾਨੂੰ ਲੱਗਣਗੇ ਕੰਪਲੀਟ। ਨੈਕਸਟ, ਹੁਣ ਇਸ ਟਾਈਮ ਤੇ ਰਿਫਿਊਜ਼ਡ ਐਪਲੀਕੈਂਟਸ ਜਿਹੜੇ ਨੇ ਉਹ ਬਹੁਤ ਕਨਫਿਊਜ਼ ਨੇ ਕਿ ਉਹਨਾਂ ਨੂੰ ਅਪਲਾਈ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ। ਆਈ ਵੁੱਡ ਰეკਮੈਂਡ ਯੂ ਗੋ ਐਂਡ ਅਪਲਾਈ। ਦੇਖੋ ਗਾइज, ਜਿਹੜੇ ਰਿਫਿਊਜ਼ਡ ਐਪਲੀਕੈਂਟਸ ਨੇ ਉਹਨਾਂ ਦਾ ਮੈਡੀਕਲ ਵੀ ਹੋ ਰੱਖਿਆ ਹੈ, ਬਾਇਓਮੈਟ੍ਰਿਕ ਵੀ ਹੋ ਰੱਖਿਆ ਹੈ ਤੇ ਉਹਨਾਂ ਦੇ ਵੀਜ਼ਾ ਡਿਸੀਜਨ ਆਉਣ ਦੇ ਚਾਂਸਸ ਜਿਹੜੇ ਨੇ ਉਹ ਜ਼ਿਆਦਾ ਨੇ ਰਾਦਰ ਦੈਨ ਦ ਫਰੈਸ਼ ਐਪਲੀਕੇਸ਼ਨ। ਤੇ ਬੈਟਰ ਇਹੀ ਹੈ ਕਿ ਤੁਸੀਂ ਕੁਝ ਸੋਚੋ ਨਾ, ਅਗਰ ਤੁਹਾਡੀ ਫਾਈਲ ਕੰਪਲੀਟ ਹੈ, ਤੁਹਾਡੀ ਡਾਕੂਮੈਂਟੇਸ਼ਨ ਹੈ, ਤੁਸੀਂ ਜੀਆਈਸੀ ਕਰਵਾ ਲਈ ਹੈ, ਮੈਡੀਕਲ ਬਾਇਓਮੈਟ੍ਰਿਕ ਤੁਹਾਡਾ ਆਲਰੇਡੀ ਹੋ ਰੱਖਿਆ ਹੈ, ਤੁਸੀਂ ਆਪਣੀ ਪ੍ਰੋਫਾਈਲ ਦੇ ਰਿਗਾਰਡਿੰਗ ਸ਼ੋਰ ਹੋ, ਤੁਹਾਡਾ ਕੋਰਸ ਰੈਲੇਵੈਂਟ ਹੈ, ਗੋ ਐਂਡ ਅਪਲਾਈ ਸੋ ਦੈਟ ਤੁਹਾਡਾ ਕੋਈ ਡਿਸੀਜਨ ਜਿਹੜਾ ਹੈ ਉਹ ਆਉਣ ਵਾਲਾ ਬਣੇ। Can I defer my intake with online classes or not? Again, ਤੁਸੀਂ ਇਨਟੇਕ ਡੈਫਰ ਕਰਨਾ ਚਾਹੁੰਦੇ ਹੋ ਜਾਂ ਡੈਫਰ ਕਰ ਸਕਦੇ ਹੋ। ਪੂਰੀ ਤਰ੍ਹਾਂ ਇਹ ਚੀਜ਼ ਜਿਹੜੀ ਹੈ ਉਹ ਤੁਹਾਡੀ ਯੂਨੀਵਰਸਿਟੀ ਤੇ ਕਾਲਜ ਦੀ ਕੰਡੀਸ਼ਨਸ ਦੇ ਉੱਤੇ ਹੀ ਡਿਪੈਂਡ ਕਰਦੀ ਹੈ। ਤੁਹਾਨੂੰ ਉਹ ਡੈਫਰਮੈਂਟ ਅਲਾਉ ਕਰਦੇ ਹੈ ਤੁਸੀਂ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ। ਹਾਂਜੀ, ਕੁਝ ਸਾਡੇ ਕੋਲ ਕੁਝ ਯੂਨੀਵਰਸਿਟੀਜ਼ ਤੇ ਕਾਲਜਸ ਐਦਾਂ ਦੇ ਵੀ ਹੈਗੇ ਹੈ ਜਿਹਦੇ ਵਿੱਚ ਤੁਸੀਂ ਆਨਲਾਈਨ ਕਲਾਸਿਸ ਅਟੈਂਡ ਕਰਦੇ ਹੋ ਤੇ ਵਿਦਿਨ ਫਸਟ ਵੀਕ ਤੁਸੀਂ ਡਿਸਾਈਡ ਕਰ ਲੈਂਦੇ ਹੋ ਕਿ ਹਾਂਜੀ ਮੈਨੂੰ ਇਨਟੇਕ ਜਿਹੜਾ ਵਾ ਉਹ ਡੈਫਰ ਕਰਨਾ ਹੈ ਤੇ ਉਹ ਤੁਹਾਡਾ ਆਪਾਂ ਡੈਫਰ ਕਰਵਾ ਕੇ ਦੇਵਾਂਗੇ। ਬਾਕੀ ਪੂਰੀ ਤਰ੍ਹਾਂ ਤੁਹਾਡੀ ਚੋਇਸ ਹੈ ਕਿ ਅਗਰ ਤੁਸੀਂ ਆਨਲਾਈਨ ਕਲਾਸਿਸ ਲਗਾ ਸਕਦੇ ਹੋ ਤੇ ਮੇਰੀ ਤੇ ਐਡਵਾਈਸ ਇਹੀ ਹੈ ਕਿ ਤੁਸੀਂ ਲਗਾਓ ਤੇ ਅਗਰ ਇਨ ਕੇਸ ਤੁਸੀਂ ਡੈਫਰ ਕਰਨਾ ਚਾਹੁੰਦੇ ਹੋ ਤੇ ਇਟ ਇਜ਼ ਅਪ ਟੂ ਯੂ ਕੰਪਲੀਟਲੀ। when would travel restrictions be lifted? ਦੇਖੋ ਗਾਇਸ, travel restrictions ਜਿਹੜੀਆਂ ਨੇ ਕੁਝ ਹੱਦ ਤੱਕ ਅਸੀਂ ਕਹਿ ਸਕਦੇ ਹਾਂ ਕਿ ਉਹ ਸਟਾਪ ਹੋ ਗਈਆਂ ਨੇ। ਜਿਵੇਂ ਹੁਣ ਅਸੀਂ ਗੱਲ ਕਰੀਏ ਕਿ ਕੁਝ ਕੇਸਿਸ ਦੇ ਵਿੱਚ ਸਟੂਡੈਂਟਸ ਨੂੰ ਰਿਲੈਕਸੇਸ਼ਨਸ ਮਿਲ ਗਈ ਹੈ ਤੇ ਕੁਝ ਕੈਂਡੀਡੇਟਸ ਜਿਹੜੇ ਨੇ ਜਿਨ੍ਹਾਂ ਨੇ ਵੀਜ਼ਾ 18 ਮਾਰਚ ਤੋਂ ਪਹਿਲੇ ਆਏ ਸੀ
ਉਹਨਾਂ ਵਿੱਚੋਂ ਕੁਝ ਕੈਂਡੀਡੇਟਸ ਨੇ ਟਰੈਵਲ ਕੀਤਾ ਵੀ ਹੈ। ਤੇ ਇਹ ਕੋਈ ਚੀਜ਼ ਪ੍ਰੋਬਲਮ ਨਹੀਂ ਹੈ ਕਿ ਸਿਚੁਏਸ਼ਨ ਨੂੰ ਨੋਰਮਲ ਹੋਣ ਲੱਗੇ ਥੋੜਾ ਟਾਈਮ ਲੱਗੇਗਾ, ਲੇਕਿਨ ਅਗਰ ਤੁਹਾਡਾ ਕਾਲਜ ਤੇ ਯੂਨੀਵਰਸਿਟੀ ਤੁਹਾਨੂੰ ਆਥੋਰਾਈਜੇਸ਼ਨ ਲੈਟਰ ਇਸ਼ੂ ਕਰ ਦਿੰਦੇ ਹੈ ਤੇ ਉਸ ਬੇਸਿਸ ਤੇ ਤੁਸੀਂ ਵੀ ਟਰੈਵਲ ਕਰ ਸਕਦੇ ਹੋ। ਸੋ ਐਸੇ ਸਾਰੀਆਂ ਲੇਟੈਸਟ ਅਪਡੇਟਸ ਅਸੀਂ ਆਪਾਂ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਇਹਨਾਂ ਵਿੱਚ ਕਵਰ ਕਰ ਦਿੱਤੇ ਜਾਣ, ਲੇਕਿਨ ਫਿਰ ਵੀ ਅਗਰ ਤੁਹਾਡੇ ਦਿਮਾਗ ਵਿੱਚ ਇਸ ਟਾਈਮ ਕੋਈ ਕੁਐਸਚਨ ਹੈ ਜਿਹਦਾ ਆਨਸਰ ਤੁਹਾਨੂੰ ਨਹੀਂ ਮਿਲਿਆ, ਪਲੀਜ਼ ਰਾਈਟ ਇਟ ਇਨ ਦਾ ਕਮੈਂਟ ਸੈਕਸ਼ਨ। ਅਸੀਂ ਟਰਾਈ ਕਰਾਂਗੇ, ਸਾਡੀ ਫੁੱਲ ਟੀਮ ਟਰਾਈ ਕਰੇਗੀ ਕਿ ਉਹਨਾਂ ਦੇ ਕੁਐਸਚਨ ਜਿਹੜੇ ਹੈ ਉਹ ਤੁਹਾਨੂੰ ਜਲਦੀ ਤੋਂ ਜਲਦੀ ਆਨਸਰ ਮਿਲ ਸਕਣ। ਸੋ ਗਾਇਸ, ਫॉर टुडे just this is that's it. Stay home, stay safe. Goodbye.